Morning everyone. Today our next revision chapter is chapter number 9th of microeconomics producer equilibrium मतलब कि उत्पादक ਦਾ ਸੰਤੁਲਨ। ਠੀਕ ਹੈ ਕਿ ਉਤਪਾਦਕ ਜਿਹੜੇ ਕਿ ਚੀਜ਼ਾਂ ਬਣਾਉਂਦਾ ਪ੍ਰੋਡਕਸ਼ਨ ਕਰਦਾ ਉਹਨੂੰ ਸੰਤੁਲਨ ਕਿੱਥੇ ਮਿਲਦਾ ਤੇ ਕਿਵੇਂ ਮਿਲਦਾ ਆਪਾਂ ਇਹਦੇ ਬਾਰੇ ਇਸ ਚੈਪਟਰ 'ਚ ਗੱਲ ਕਰਾਂਗੇ। ਠੀਕ ਹੈ ਲਾਸਟ ਚੈਪਟਰ ਵਿੱਚ ਆਪਾਂ ਰੈਵਨਿਊ ਦਾ ਗੱਲ ਕੀਤੀ ਸੀ ਕਿ ਰੈਵਨਿਊ ਕਿਵੇਂ ਔਰ ਕਿਸ ਤਰੀਕੇ ਨਾਲ ਉਹਨੂੰ ਮਿਲਦੀ ਹੈ। ਠੀਕ ਹੈ ਹੁਣ ਗੱਲ ਕਰਾਂਗੇ ਪ੍ਰੋਡਿਊਸਰ ਨੂੰ ਇਕੁਇਲਿਬ੍ਰੀਅਮ ਕਿਵੇਂ ਮਿਲਦਾ ਹੈ। ਇਸ ਤੋਂ ਪਹਿਲਾਂ ਆਪਾਂ ਇੱਕ ਚੈਪਟਰ ਹੋਰ ਕੀਤਾ ਸੀ ਜੋ ਫਸਟ ਸਮੈਸਟਰ ਦੇ ਵਿੱਚ ਕੀਤਾ ਸੀ ਕੋਸਟ TC ਤੇ ਹੁਣ ਆਪਾਂ ਕੀਤਾ ਹੈ TR। ਠੀਕ ਹੈ 8ਵੇਂ ਚੈਪਟਰ ਵਿੱਚ ਕੀਤਾ TR ਮਤਲਬ ਕਿ ਟੋਟਲ ਰੈਵਨਿਊ। ਉਸ ਤੋਂ ਪਹਿਲਾਂ ਅਸੀਂ 7ਵਾਂ ਚੈਪਟਰ ਕੀਤਾ ਸੀ TR TC ਟੋਟਲ ਕੋਸਟ ਜੋ ਕਿ ਦੋਨੋਂ ਚੈਪਟਰ ਹੀ ਪ੍ਰੋਡਿਊਸਰ ਦੇ ਬੇਸ ਤੇ ਹੁੰਦੇ ਹਨ। ਜਦੋਂ ਟੋਟਲ ਕੋਸਟ ਤੇ ਟੋਟਲ ਰੈਵਨਿਊ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਦੋਨਾਂ ਨੂੰ ਮਿਲਾ ਕੇ ਜਿਹੜਾ ਆਪਾਂ ਨੂੰ ਇੱਕ ਪੁਆਇੰਟ ਜਦੋਂ ਮਿਲਦੇ ਨੇ ਪ੍ਰੋਡਿਊਸਰ ਨੂੰ ਕੀ ਮਿਲਦਾ ਇਕੁਇਲਿਬ੍ਰੀਅਮ ਮਿਲਦਾ ਹੈ। ਆਪਾਂ ਇਸ ਚੈਪਟਰ 'ਚ ਪੜਾਂਗੇ ਉਹ ਕਿਵੇਂ ਮਿਲਦਾ ਤੇ ਕਿੱਥੇ ਮਿਲਦਾ ਤੁਹਾਨੂੰ ਮੈਕਸਿਮਮ ਪ੍ਰੋਫਿਟ ਕਿਵੇਂ ਮਿਲਦੇ ਨੇ ਆਪਾਂ ਉਹ ਦੇਖਾਂਗੇ। ਠੀਕ ਹੈ ਇਸ ਚੈਪਟਰ 'ਚ ਆਪਣੇ ਕੋਲ 4 ਟੌਪਿਕ ਹੈ ਜਦੋਂ ਕਿ ਮੈਂ ਤੁਹਾਨੂੰ ਸਿਰਫ ਔਰ ਸਿਰਫ 3 ਟੌਪਿਕ ਕਰਵਾਏ ਹੈ। ਠੀਕ ਹੈ ਇੰਟਰੋਡਕਸ਼ਨ ਐਂਡ ਮੀਨਿੰਗ ਆਫ ਦਾ ਪ੍ਰੋਡਿਊਸਰ ਇਕੁਇਲਿਬ੍ਰੀਅਮ, ਨੈਕਸਟ ਅਜ਼ੰਪਸ਼ਨਸ ਕਰਵਾਈਆਂ, ਉਸ ਤੋਂ ਬਾਅਦ ਅਪਰੋਚ ਕਰਵਾਈ ਹੈ ਕਿ ਇਕੁਇਲਿਬ੍ਰੀਅਮ ਪ੍ਰੋਡਿਊਸਰ ਦੀ ਫਰਮ ਜਿਹੜੀ ਹੁੰਦੀ ਹੈ ਫਰਮ ਆਫ ਪ੍ਰੋਡਿਊਸਰ ਜੋ ਹੁੰਦੇ ਨੇ ਉਹਨਾਂ ਨੂੰ ਕਿਵੇਂ ਇਕੁਇਲਿਬ੍ਰੀਅਮ ਮਿਲਦਾ ਹੈ। ਠੀਕ ਹੈ ਇਹ 2 ਤਰੀਕਿਆਂ ਨਾਲ ਮਿਲਦਾ ਹੈ ਮੈਂ ਤੁਹਾਨੂੰ ਅੱਗੇ ਦੱਸਾਂਗੀ। ਪਹਿਲਾਂ ਆਪਾਂ ਇੰਟਰੋਡਕਸ਼ਨ ਕਰਦੇ ਹਾਂ ਕਿ ਮੀਨਿੰਗ ਕੀ ਹੈ ਮੀਨਿੰਗ ਆਫ ਪ੍ਰੋਡਿਊਸਰ ਇਕੁਇਲਿਬ੍ਰੀਅਮ। ਜਦੋਂ ਗੱਲ ਕਰਦੇ ਹਾਂ ਇਕੁਇਲਿਬ੍ਰੀਅਮ ਦੀ ਸੰਤੁਲਨ ਦੀ ਇੰਪਲਾਈਜ਼ ਆ ਕਹਿੰਦਾ ਕਿ ਸਟੇਟ ਆਫ ਬੈਲੈਂਸ ਕਿਸੇ ਚੀਜ਼ ਨੂੰ ਬੈਲੈਂਸ ਦੇ ਵਿੱਚ ਲਿਆਉਣਾ ਜਾਂ ਪੋਜੀਸ਼ਨ ਆਫ ਰੈਸਟ। ਠੀਕ ਹੈ ਸਟੇਜ ਆਫ ਨੋ ਚੇਂਜ ਜਿਹਦੇ 'ਚ ਕੁਛ ਆਪਾਂ ਪਰਿਵਰਤਨ ਨਹੀਂ ਚਾਹੁੰਦੇ। ਠੀਕ ਹੈ ਜਿੱਥੇ ਆਪਾਂ ਸੈਟਿਸਫਾਈਡ ਹੁੰਦੇ ਹਾਂ ਵੈਨ ਐਵਰ ਐਨ ਇਕਨੋਮਿਕ ਯੂਨਿਟ ਇਜ਼ ਸੈਡ ਟੂ ਹੈਵ ਅ ਅਨਟੇਨ ਇਕੁਇਲਿਬ੍ਰੀਅਮ it mean the unit under the consideration does not want to have any change in positions। ਉਹ ਕਹਿੰਦਾ ਕਿ ਇਕੁਇਲਿਬ੍ਰੀਅਮ ਨੂੰ ਇੱਕ ਇਕਨੋਮਿਕਸ ਦੀ ਭਾਸ਼ਾ ਵਿੱਚ ਇਹ ਕਿਹਾ ਗਿਆ ਜਦੋਂ ਵੀ ਕੋਈ ਇਕੁਇਲਿਬ੍ਰੀਅਮ ਮਿਲਦਾ ਹੈ ਇਸ ਮਤਲਬ ਇਹ ਹੈ ਕਿ ਹੁਣ ਉਹ ਆਦੀ ਪੋਜੀਸ਼ਨ ਦੇ ਵਿੱਚ ਕੋਈ ਵੀ ਚੇਂਜ ਨਹੀਂ ਕਰਨਾ ਚਾਹੁੰਦੇ ਆਪਦੇ ਸਥਾਨ ਦੇ ਵਿੱਚ ਕੋਈ ਪਰਿਵਰਤਨ ਨਹੀਂ ਕਰਨਾ ਚਾਹੁੰਦਾ। ਇਹ ਕੰਜ਼ਿਊਮਰ ਅਗਰ ਭੋਗੀ ਦੀ ਗੱਲ ਕੀਤੀ ਜਾਵੇ is said to be a in equilibrium when he get the maximum satisfaction from his expenditure। ਜਦੋਂ ਗੱਲ ਕਰਦੇ ਕੰਜ਼ਿਊਮਰ ਦੀ ਭੋਗੀ ਦੀ ਕਸਟਮਰ ਦੀ ਠੀਕ ਹੈ ਜਿਹੜਾ ਭੋਗ ਕਰਦਾ ਹੈ ਉਹਨੂੰ ਸਭ ਤੋਂ ਵੱਧ ਸੈਟਿਸਫੈਕਸ਼ਨ ਜਾਂ ਸੰਤੁਸ਼ਟੀ ਕਿਦੋਂ ਮਿਲਦੀ ਹੈ ਜਦੋਂ ਜਿਹੜਾ ਪੈਸਾ ਲਗਾਇਆ ਹੋਇਆ ਉਹਨੂੰ ਵੱਧ ਤੋਂ ਵੱਧ ਕੀ ਹੈ ਮਤਲਬ ਕਿ ਸੈਟਿਸਫੈਕਸ਼ਨ ਹੋ ਸਕੇ ਉਹਨੂੰ ਇਕੁਇਲਿਬ੍ਰੀਅਮ ਉਦੋਂ ਮਿਲਦਾ ਹੈ ਜਿਹੜਾ ਉਹਨੇ ਪੈਸਾ ਲਗਾਇਆ ਹੈ ਖਰਚਾ ਕੀਤਾ ਹੈ ਉਹਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲੇ। ਕਿਵੇਂ ਐਂਡ ਹੀ ਡਜ਼ ਨਾਟ ਵਿਸ਼ ਟੂ ਲੋਕੇਟ ਹਿਜ਼ ਦਾ ਐਕਸਪੈਂਡੀਚਰ ਇਨ ਐਨੀ ਅਦਰ ਵੇ ਅਤੇ ਉਹ ਹੁਣ ਪੈਸੇ ਨੂੰ ਕਿਸੇ ਹੋਰ ਤਰੀਕੇ ਨਾਲ ਓਲੇਟ ਮਤਲਬ ਕਿ ਅਲੱਗ ਭਾਗਾਂ ਵਿੱਚ ਵੰਡਣਾ ਨਹੀਂ ਚਾਹੁੰਦਾ ਕਿਉਂਕਿ ਜਿੰਨਾ ਉਹਨੇ ਪੈਸਾ ਜਿਸ ਤਰੀਕੇ ਨਾਲ ਲਗਾਇਆ ਅਗਰ ਉਹਨੂੰ ਸੈਟਿਸਫੈਕਸ਼ਨ ਮਿਲ ਰਹੀ ਹੈ ਤਾਂ ਉਹ ਹੋਰ ਕਿਸੇ ਹੋਰ ਤਰੀਕੇ ਨਾਲ ਯੂਜ਼ ਨਹੀਂ ਕਰਨਾ ਚਾਹੇਗਾ। ਠੀਕ ਹੈ ਲਾਈਕ ਬਸ ਉਵੇਂ ਕਹਿੰਦਾ ਜੇ ਇੱਕ ਪ੍ਰੋਡਿਊਸਰ ਦੀ ਗੱਲ ਕੀਤੀ ਜਾਵੇ ਪ੍ਰੋਡਿਊਸਰ ਇਜ਼ to be said to be in equilibrium when he able to the secure maximum profit। ਜਦੋਂ ਉਹਨੂੰ ਪੂਰੇ ਦੇ ਪੂਰੇ ਪ੍ਰੋਪਰ ਜਿੰਨੇ ਪ੍ਰੋਫਿਟਸ ਚਾਹੀਦੇ ਨੇ ਮੈਕਸਿਮਮ ਪ੍ਰੋਫਿਟ ਮਿਲ ਰਹੇ ਨੇ ਸਿਕਿਉਰ ਜਿਹਦੇ ਨਾਲ ਉਹਨੂੰ ਕੰਪਨੀ ਵੱਧ ਰਹੀ ਹੈ ਜਾਂ ਫਰਮ ਵੱਧ ਰਹੀ ਹੈ ਤਾਂ ਉਦੋਂ ਉਹਨੂੰ ਕੀ ਮਿਲ ਜਾਂਦਾ ਹੈ ਜੀ ਇਕੁਇਲਿਬ੍ਰੀਅਮ ਮਿਲ ਜਾਂਦਾ ਹੈ। ਇਨ ਦਾ ਅਦਰ ਵਰਡ ਦ ਪ੍ਰੋਡਿਊਸਰ ਔਰ ਅ ਫਰਮ ਇਜ਼ ਆ ਇਕੁਇਲਿਬ੍ਰੀਅਮ ਪੋਜੀਸ਼ਨਸ when it is a earning maximum profit and does not want to increase or decreases output। ਪ੍ਰੋਡਿਊਸਰ ਨੂੰ ਉਦੋਂ ਹੀ ਇਕੁਇਲਿਬ੍ਰੀਅਮ ਮਿਲੇਗਾ ਜਦੋਂ ਕਹਿੰਦਾ ਉਹਦੀ ਪੋਜੀਸ਼ਨ ਹੁੰਦੀ ਇਕੁਇਲਿਬ੍ਰੀਅਮ ਦੀ ਕਹਿੰਦਾ ਜਦੋਂ ਉਹਨੂੰ ਵੱਧ ਤੋਂ ਵੱਧ ਕੀ ਮਿਲਣਗੇ ਪ੍ਰੋਫਿਟ ਮਿਲਣਗੇ ਅਤੇ ਉਹਦੇ ਵਿੱਚ ਨਾ ਤਾਂ ਉਹਦੀ ਆਊਟਪੁੱਟ ਦੇ ਵਿੱਚ ਨਾ ਤਾਂ ਵਾਧਾ ਕਰਨਾ ਚਾਹੇਗਾ ਨਾ ਹੀ ਉਹ ਘਾਟਾ ਕਰਨਾ ਚਾਹੇਗਾ। ਜਿੱਥੇ ਉਹ ਜਿਸ ਹਾਲਾਤ ਦੇ ਵਿੱਚ ਹੈਗਾ ਜਦੋਂ ਉਹਨੂੰ ਪ੍ਰੋਫਿਟ ਮਿਲ ਰਹੇ ਨੇ ਉੱਥੇ ਉਹ ਸੈਟਿਸਫਾਈਡ ਹੈ ਨਾ ਹੀ ਉਹਨੂੰ ਆਊਟਪੁੱਟ ਨੂੰ ਵਧਾਉਣਾ ਚਾਹੁੰਦਾ ਹੈ। ਆਊਟਪੁੱਟ ਮਤਲਬ ਜਿਹੜੀ ਪ੍ਰੋਡਕਸ਼ਨ ਕਰ ਰਿਹਾ ਹੈ ਜਿੰਦਾ ਉਤਪਾਦਨ ਕਰ ਰਿਹਾ ਹੈ ਠੀਕ ਹੈ ਉਹਦੇ ਵਿੱਚ ਨਾ ਤਾਂ ਵਾਧਾ ਕਰਨਾ ਚਾਹੇਗਾ ਤੇ ਨਾ ਹੀ ਘਟਾਉਣਾ ਚਾਹੇਗਾ। ਠੀਕ ਹੈ ਹੁਣ ਹੈਂਸਨ ਨੇ ਇੱਕ ਡੈਫੀਨੇਸ਼ਨ ਦਿੱਤੀ ਹੈ ਪ੍ਰੋਡਿਊਸਰ ਇਜ਼ ਟੂ ਬੀ ਅ ਇਕੁਇਲਿਬ੍ਰੀਅਮ ਕਹਿੰਦਾ ਪ੍ਰੋਡਿਊਸਰ ਕਹਿੰਦਾ ਉਦੋਂ ਇਕੁਇਲਿਬ੍ਰੀਅਮ ਹੁੰਦਾ ਉਹਦੇ ਕਹਿਣ ਦਾ ਮਤਲਬ ਇਹ ਹੈ ਕਿ ਉਦੋਂ ਇਕੁਇਲਿਬ੍ਰੀਅਮ ਹੁੰਦਾ ਹੈ ਹੀ ਹੈਜ਼ ਨੋ ਮੋਟਿਵ to change the proportion in which factor of production are combined or change output or the either with the result in the small profit। ਕਹਿੰਦਾ ਥੋੜੇ ਜਿਹੇ ਵੀ ਪ੍ਰੋਫਿਟ ਦੇ ਲਈ ਹੋਰ ਪ੍ਰੋਫਿਟ ਦੇ ਲਈ ਬਿਲਕੁਲ ਵੀ ਪਰਿਵਰਤਨ ਨਹੀਂ ਕਰਨਾ ਚਾਹੀਦਾ ਜਿਹੜੇ ਫੈਕਟਰ ਆਫ ਪ੍ਰੋਡਕਸ਼ਨ ਲੱਗੇ ਹੋਏ ਹਨ ਠੀਕ ਹੈ ਜਾਂ ਕੰਬਾਈਨਡ ਔਰ ਆਰ ਕੰਬਾਈਨਡ ਟੂ ਵੀ ਚੇਂਜ ਦਾ ਆਊਟਪੁੱਟ ਆਈਦਰ ਵਿਲ ਰਿਜ਼ਲਟ ਇਨ ਦਾ ਸਮਾਲ ਪ੍ਰੋਫਿਟ। ਠੀਕ ਹੈ ਉਹ ਬਿਲਕੁਲ ਪਰਿਵਰਤਨ ਨਹੀਂ ਕਰਨਾ ਚਾਹੀਦਾ ਜੇਕਰ ਕਰਨਾ ਚਾਹੇਗਾ ਤੇ ਕਹਿੰਦਾ ਕਿ ਅਸੀਂ ਉਦੋਂ ਹੀ ਕਰੇਗਾ ਜੇਕਰ ਉਹਨੂੰ ਪ੍ਰੋਫਿਟ ਨਹੀਂ ਹੋ ਰਿਹਾ ਜਦੋਂ ਪ੍ਰੋਫਿਟ ਹੋ ਰਿਹਾ ਤਾਂ ਉਹਦੇ 'ਚ ਕੋਈ ਬਦਲਾਵ ਨਹੀਂ ਕਰਨਾ ਚਾਹੇਗਾ। ਠੀਕ ਹੈ ਨੈਕਸਟ ਇਜ਼ ਅਜ਼ੰਪਸ਼ਨਸ ਮਤਲਬ ਕਿ ਮਾਨਵਤਾਵਾਂ ਤੁਹਾਡੇ ਪੰਜਾਬੀ ਦੇ ਵਿੱਚ ਮਾਨਵਤਾਵਾਂ ਲਿਖੀਆਂ ਹੋਣਗੀਆਂ। ਠੀਕ ਹੈ
ਕੀ ਮਤਲਬ ਇਹਨਾਂ ਦਾ ਮਾਨਵਤਾਵਾਂ, ਕੀ ਮੰਨ ਕੇ ਚੱਲਣਾ ਹੈ। ਆਪਾਂ ਜਦੋਂ ਚੈਪਟਰ ਪੜ੍ਹਨਾ ਆਪਾਂ ਕੀ ਮੰਨ ਕੇ ਚੱਲਣਾ ਹੈ, ਇਹਦੇ ਵਿੱਚ ਉਹ ਗੱਲ ਕਰਾਂਗੇ ਕੀ ਅਜ਼ੰਪਸ਼ਨ ਕਰਕੇ ਚੱਲਣਾ ਹੈ। ਅਜ਼ੰਪਸ਼ਨਸ ਇਹ ਕਰਨੀ ਪਹਿਲਾਂ ਕਿ ਜਿਹੜਾ ਰੈਸ਼ਨਲ ਬਿਹੇਵੀਅਰ ਪ੍ਰੋਡਿਊਸਰ, ਰੈਸ਼ਨਲ ਬਿਹੇਵੀਅਰ ਆਫ ਪ੍ਰੋਡਿਊਸਰ ਮਤਲਬ ਕਿ ਹਰ ਇੱਕ ਪ੍ਰੋਡਿਊਸਰ ਦਾ ਇੱਕੋ ਹੀ ਮੋਟਿਵ ਹੈ, ਮੈਕਸਿਮਮ ਕੀ ਕਰਨਾ ਹੈ ਜੀ, ਪ੍ਰੋਫਿਟ ਹੀ ਕਰਨਾ ਹੈ। ਹਰ ਇੱਕ ਪ੍ਰੋਡਿਊਸਰ ਦੀ ਇੱਕੋ ਹੀ ਸੋਚ ਮੰਨ ਕੇ ਚੱਲਣੀ, ਜਿਹੜੀ ਵੀ ਫਰਮ ਦੀ ਗੱਲ ਕਰ ਰਹੇ ਹਾਂ ਉਹਦੇ ਪ੍ਰੋਡਿਊਸਰ ਦੀ ਗੱਲ ਕਰ ਰਹੇ ਹਾਂ, ਉਹਦਾ ਇੱਕੋ ਹੀ ਮੋਟਿਵ ਹੈ, ਕੀ ਹੈ ਜੀ, ਮੈਕਸਿਮਮ ਪ੍ਰੋਫਿਟ। ਠੀਕ ਹੈ। ਨੈਕਸਟ ਦੂਜਾ ਕੀ ਮੰਨ ਕੇ ਚੱਲਣਾ ਹੈ ਜੀ, ਪਰਫੈਕਟ ਨੌਲੇਜ। ਇਹ ਮੰਨ ਕੇ ਚੱਲਣਾ ਹੈ ਕਿ ਸਾਨੂੰ ਜਿਹੜੇ ਪ੍ਰੋਡਿਊਸਰ ਨੂੰ ਹੈ ਮੈਕਸਿਮਮ ਪ੍ਰੋਫਿਟ ਪ੍ਰਾਪਤ ਕਰਨ ਦੀ ਜਿਹੜੀ ਪ੍ਰਾਈਸ ਤੇ ਆਊਟਪੁੱਟ ਦੀ ਜਿਹੜਾ ਕੰਬੀਨੇਸ਼ਨ ਹੈ, ਜਿੰਨੀ ਕੀਮਤ ਬਾਜ਼ਾਰ ਦੇ ਵਿੱਚ ਹੈ ਤੇ ਕਿੰਨੀ ਉਹ ਕਰਨਾ ਚਾਹੁੰਦਾ ਹੈ ਤੇ ਉਹਦੀ ਜਗ੍ਹਾ ਤੇ ਕਿੰਨੀ ਆਊਟਪੁੱਟ ਦੀ ਸਪਲਾਈ ਕਰ ਰਿਹਾ ਹੈ, ਉਹਦਾ ਜਿਹੜਾ ਕੰਬੀਨੇਸ਼ਨ ਦੀ ਨੌਲੇਜ ਹੈ ਉਹ ਪੂਰੀ ਦੀ ਪੂਰੀ ਪ੍ਰੋਡਿਊਸਰ ਨੂੰ ਪੂਰੀ ਦੀ ਪੂਰੀ ਨੌਲੇਜ ਹੈਗੀ ਹੈ, ਇਹ ਵੀ ਮੰਨ ਕੇ ਚੱਲਣਾ ਹੈ। ਉਸ ਤੋਂ ਬਾਅਦ ਲੀਸਟ ਕਾਸਟ ਕੰਬੀਨੇਸ਼ਨ, ਕਹਿੰਦਾ ਕਿ ਫਰਮ ਟਰਾਈ ਕਰੇਗੀ ਕਿ ਪ੍ਰੋਡਿਊਸ ਐਟ ਮਿਨੀਮਮ ਪੋਸੀਬਲ। ਨੈਚੁਰਲੀ ਕੋਈ ਵੀ ਪ੍ਰੋਡਕਸ਼ਨ ਇਹ ਕੋਸ਼ਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਪ੍ਰੋਫਿਟ ਤਾਂ ਹੋਣ ਪਰ ਮੇਰੀ ਕੋਸਟ ਕੀ ਲੱਗੇ, ਘੱਟ ਤੋਂ ਘੱਟ ਲੱਗੇ। ਪ੍ਰੋਫਿਟ ਵੱਧ ਤੋਂ ਵੱਧ ਹੋਣ ਅਤੇ ਕੋਸਟ ਕੀ ਲੱਗੇ, ਘੱਟ ਤੋਂ ਘੱਟ ਹੋਣ। ਜਿਹੜੀ ਉਹ ਟੈਕਨੀਕ ਯੂਜ਼ ਕਰੇ, ਠੀਕ ਹੈ, ਪ੍ਰੋਡਕਸ਼ਨ ਦੀ ਉਹ ਗਿਵਨ ਇੱਕੋ ਪਹਿਲਾਂ ਹੀ ਦਿੱਤੀ ਹੋਵੇਗੀ ਕਿਹੜੀ ਹੈ, ਤਾਂ ਕੌਨਸਟੈਂਟ ਉਹਦੇ 'ਚ ਕੋਈ ਬਦਲਾਅ ਨਹੀਂ ਕਰਨਾ। ਆਪਾਂ ਇਹ ਮੰਨ ਕੇ ਵੀ ਚੱਲਣਾ ਹੈ ਜਿਹੜੀ ਵੀ ਟੈਕਨੀਕ ਪ੍ਰੋਡਿਊਸਰ ਨੇ ਇੱਕ ਵਾਰੀ ਯੂਜ਼ ਕਰ ਲਈ, ਚਾਹੇ ਉਹ ਲੇਬਰ ਹੋ ਇੰਟੈਂਸਿਵ ਹੋ, ਚਾਹੇ ਉਹ ਕੈਪੀਟਲ ਇੰਸੈਂਟਿਵ ਹੋ, ਠੀਕ ਹੈ, ਇਹਦੇ 'ਚ ਕੁਛ ਵੀ ਚੇਂਜ ਨਹੀਂ ਕਰਨਾ। ਨੈਕਸਟ ਇਜ਼ ਨੋ ਚੇਂਜ ਇਨ ਫੈਕਟਰ ਪ੍ਰਾਈਸਿਸ। ਫੈਕਟਰ ਪ੍ਰਾਈਸਿਸ ਮਤਲਬ ਕਿ ਪ੍ਰੋਡਕਸ਼ਨ ਕਰਨ ਦੇ ਲਈ, ਪ੍ਰੋਡਕਸ਼ਨ ਬਣਾਉਣ ਲਈ ਜਿਹੜਾ ਰੋ ਮਟੀਰੀਅਲ ਲੱਗ ਰਿਹਾ ਉਹਦੇ ਵਿੱਚ ਕੋਈ ਵੀ ਚੇਂਜਿਸ ਨਹੀਂ ਕਰਨੀਆਂ, ਨਾ ਹੀ ਪ੍ਰਾਈਸਿਸ ਦੇ ਵਿੱਚ ਚੇਂਜ ਕਰਨੀ। ਜੋ ਹਾਲਾਤ ਦੇ ਵਿੱਚ ਜਿਸ ਹਾਲਾਤ ਵਿੱਚ ਉਹ ਹੈ ਉਸੇ ਹਾਲਾਤ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ। ਨੈਕਸਟ ਇਜ਼ ਹੋਮੋਜੀਨੀਅਸ ਯੂਨਿਟਸ। ਆਪਾਂ ਪ੍ਰੋਡਕਸ਼ਨ ਜਦੋਂ ਵੀ ਗੱਲ ਕਰ ਰਹੇ ਹਾਂ ਕਿਸੇ ਫਰਮ ਦੇ ਵਿੱਚ ਜਿੰਨੇ ਵੀ ਫੈਕਟਰ ਬਣ ਰਹੇ ਉਹ ਸਾਰੇ ਯੂਨਿਟਸ ਕੀ ਨੇ, ਇੱਕੋ ਨਾਲ ਦੇ ਨੇ, ਸਮਰੂਪ ਵਸਤੂਆਂ ਨੇ, ਉਹਦੇ ਵਿੱਚ ਇੱਕੋ ਇਕਾਈ ਦੀਆਂ ਨੇ, ਉਹਦੇ 'ਚ ਕੁਛ ਵੀ ਪਰਿਵਰਤਨ ਨਹੀਂ ਹੋਵੇਗਾ। ਇਹ ਚੀਜ਼ਾਂ ਆਪਾਂ ਮੰਨ ਕੇ ਚੱਲੀਆਂ ਨੇ ਕਿ ਪ੍ਰੋਡਿਊਸਰ ਦਾ ਵੱਧ ਤੋਂ ਵੱਧ ਪ੍ਰੋਫਿਟ ਕਮਾਉਣਾ ਚਾਹੁੰਦਾ ਹੈ, ਉਹਨੂੰ ਪੂਰੀ ਨੌਲੇਜ ਹੈ ਪ੍ਰਾਈਸ ਕਿੰਨਾ ਹੋ ਸਕਦਾ, ਆਊਟਪੁੱਟ ਕਿੰਨੀ ਹੋ ਕਰੇਗਾ, ਉਹ ਘੱਟ ਤੋਂ ਘੱਟ ਕੋਸਟ ਕਰੇਗਾ ਤਾਂ ਵੱਧ ਤੋਂ ਵੱਧ ਪ੍ਰੋਫਿਟ ਕਰਨਾ ਚਾਹੁੰਦਾ ਹੈ, ਟੈਕਨੀਕ ਵਿੱਚ ਕੋਈ ਪਰਿਵਰਤਨ ਨਹੀਂ ਕਰਨਾ ਚਾਹੁੰਦਾ ਤੇ ਉਸ ਦਾ ਜਿਹੜੇ ਫੈਕਟਰ ਲੱਗ ਰਹੇ ਨੇ ਉਹਦੇ ਵਿੱਚ ਉਹਦੀਆਂ ਪ੍ਰਾਈਸਿਸ ਵਿੱਚ ਵੀ ਕੋਈ ਪਰਿਵਰਤਨ ਨਹੀਂ ਕਰੇਗਾ ਤੇ ਜਿਹੜੇ ਵੀ ਪ੍ਰੋਡਕਟ ਬਣਾ ਰਿਹਾ ਉਹਨਾਂ ਸਾਰੇ ਕੀ ਨੇ, ਹੋਮੋਜੀਨੀਅਸ ਹੈ, ਮਤਲਬ ਕਿ ਸਮਰੂਪ ਹੈ। ਇਹ ਸਾਰੀਆਂ ਸਾਡੀਆਂ ਕੀ ਨੇ, ਅਜ਼ੰਪਸ਼ਨਸ ਨੇ। ਅਗਰ ਇਹ ਆਂਦਾ ਵੀ ਹੈ 3 ਨੰਬਰ ਦੇ ਵਿੱਚ ਕੁਐਸਚਨ ਆ ਸਕਦਾ ਹੈ ਤਾਂ ਇਹਨੂੰ ਵੀ ਧਿਆਨ ਕੇ ਪੜ੍ਹਿਆ ਜਾਵੇ। ਨੈਕਸਟ ਆਪਣੇ ਕੋਲ 9.3 ਜਿਹੜਾ ਟੌਪਿਕ ਹੈ ਉਹ ਪੜਾਂਗੇ, ਅਪਰੋਚ ਆਫ ਇਕੁਇਲਿਬਰੀਅਮ ਆਫ ਪ੍ਰੋਡਿਊਸਰਸ ਫਰਮ। ਆ ਦੇਖੋ, ਅਪਰੋਚ ਟੂ ਇਕੁਇਲਿਬਰੀਅਮ ਔਰ ਪ੍ਰੋਡਿਊਸਰ ਆਫ ਅ ਫਰਮ। ਕਹਿੰਦਾ ਕਿਸੇ ਅਪਰੋਚ ਕਰਨੀ ਹੈ ਕਿ ਪ੍ਰੋਡਿਊਸਰ, ਕਿਸੇ ਵੀ ਫਰਮ ਦੇ ਪ੍ਰੋਡਿਊਸਰ ਉਹਨੂੰ ਵੱਧ ਤੋਂ ਵੱਧ ਸੰਤੁਲਨ ਕਿੱਥੇ ਮਿਲੇਗਾ। ਇੱਥੇ ਆਪਣੇ ਕੋਲ 2 ਤਰ੍ਹਾਂ ਪੋਜੀਸ਼ਨਸ ਦਿੱਤੀਆਂ ਹੋਈਆਂ ਨੇ, ਠੀਕ ਹੈ, 2 ਅਪਰੋਚ ਦਿੱਤੀਆਂ ਹੋਈਆਂ ਨੇ। ਪਹਿਲੀ ਅਪਰੋਚ ਹੈ ਕਿ TR ਤੇ TC ਮਤਲਬ ਕਿ ਟੋਟਲ ਰੈਵਨਿਊ ਤੇ ਟੋਟਲ ਕੋਸਟ। ਇਹ ਆਪਾਂ 7 ਚੈਪਟਰ ਪੜ੍ਹਿਆ, ਠੀਕ ਹੈ, ਇਹ ਆਪਾਂ 8 ਚੈਪਟਰ ਪੜ੍ਹਿਆ। ਇਹਨਾਂ ਦੋਵਾਂ ਚੈਪਟਰ ਦਾ ਕੰਬੀਨੇਸ਼ਨ ਜਿਹੜੀ ਆਪਾਂ ਕਰਵ ਬਣਾਈ ਆ ਉਹਦੇ ਤੇ ਬਣਾਵਾਂਗੇ, ਠੀਕ ਹੈ। ਉਸ ਬਾਅਦ ਮਾਰਜਨਲ ਰੈਵਨਿਊ ਐਂਡ ਮਾਰਜਨਲ ਕੋਸਟ, ਇਹ ਵੀ ਆਪਾਂ 7 ਚੈਪਟਰ ਦੇ ਵਿੱਚ ਇਹਦੇ ਨਾਲ ਹੀ ਪੜ੍ਹਿਆ ਸੀ, ਠੀਕ ਹੈ। ਔਰ ਇਹ ਵੀ ਆਪਾਂ 7th ਨਹੀਂ, ਇਹ 8th ਔਰ ਇਹ ਵੀ 8th ਔਰ ਇਹ 7th ਔਰ ਉਹ ਵੀ 7th, ਠੀਕ ਹੈ। ਇਹ ਦੋਨੋਂ ਚੀਜ਼ਾਂ ਅਸੀਂ 7 ਚੈਪਟਰ ਵਿੱਚ ਪੜ੍ਹੀਆਂ ਸੀ ਕਿਉਂਕਿ ਟੋਟਲ ਕੋਸਟ, ਟੋਟਲ ਮਾਰਜਨਲ ਕੋਸਟ ਔਰ ਐਵਰੇਜ ਕੋਸਟ, ਉਸ ਟੋਟਲ ਰੈਵਨਿਊ, ਮਾਰਜਨਲ ਰੈਵਨਿਊ ਔਰ ਐਵਰੇਜ ਰੈਵਨਿਊ, ਅਸੀਂ 3 ਚੀਜ਼ਾਂ ਅਸੀਂ 8ਵੇਂ ਚੈਪਟਰ ਪੜ੍ਹੀਆਂ ਸੀ। ਹੁਣ ਅਸੀਂ ਉਹਨਾਂ ਦੀ ਸਿਰਫ ਕਰਵ ਉਠਾਉਣੀ ਆ, ਸਿਰਫ ਔਰ ਸਿਰਫ ਕੀ ਉਠਾਵਾਂਗੇ, ਕਰਵ, ਠੀਕ ਹੈ, ਉਹਨਾਂ ਦੀ ਗੱਲ ਕਰਾਂਗੇ। both this approach given the same point at which producer will be the equilibrium position। ਕਹਿੰਦਾ ਦੋਨੋਂ ਜਿਹੜੀ ਅਪਰੋਚ ਹੈ ਇਹ ਦੋਨੋਂ ਅਪਰੋਚ ਆਪਾਂ ਨੂੰ ਦੱਸ ਦਿੰਦੀ ਹੈ ਪ੍ਰੋਡਿਊਸਰ ਨੂੰ ਵੱਧ ਤੋਂ ਵੱਧ ਕਿੱਥੇ ਇਕੁਇਲਿਬਰੀਅਮ ਮਿਲੇਗਾ, ਉਹ ਕਿਹੜੀ ਸਥਿਤੀ ਹੈ। ਪਹਿਲਾ ਪੁਆਇੰਟ ਆਪਣੇ ਕੋਲ ਵੈਰੀ ਇੰਪੋਰਟੈਂਟ ਹੈ, ਟੋਟਲ ਰੈਵਨਿਊ ਐਂਡ ਟੋਟਲ ਕੋਸਟ ਕਰਵ ਅਪਰੋਚ, ਠੀਕ ਹੈ, TR ਐਂਡ TC, ਠੀਕ ਹੈ। ਕੋਈ ਵੀ ਰੈਸ਼ਨਲ ਪ੍ਰੋਡਿਊਸਰ ਹੈ, ਕੋਈ ਵੀ ਇੱਕ, ਠੀਕ ਹੈ, ਵਿਲ ਪ੍ਰੋਡਿਊਸ ਐਟ ਦ ਲੈਵਲ ਆਫ ਆਊਟਪੁੱਟ ਵੇਅਰ ਹਿਜ਼ ਪ੍ਰੋਫਿਟ ਆਰ ਮੈਕਸੀਮਮ। ਕਹਿੰਦਾ ਉਨੀ ਦੇਰ ਤੱਕ ਆਊਟਪੁੱਟ ਕਰਦਾ ਰਹੇਗਾ ਜਿੰਨੀ ਦੇਰ ਤੱਕ ਉਹਨੂੰ ਕੀ ਮਿਲਦੇ ਰਹਿਣਗੇ, ਪ੍ਰੋਫਿਟ ਮਿਲਦੇ ਰਹਿਣਗੇ, ਮੈਕਸੀਮਮ ਪ੍ਰੋਫਿਟ ਮਿਲਣਗੇ। ਉਨੀ ਦੇਰ ਤੱਕ ਆਊਟਪੁੱਟ ਕਰੇਗਾ, ਉਨੇ ਲੈਵਲ ਤੱਕ ਵੀ ਕਰੇਗਾ ਜਿੰਨੇ ਲੈਵਲ ਤੱਕ ਉਹਨੂੰ ਕੀ ਹੈ, ਪ੍ਰੋਫਿਟ ਮੈਕਸੀਮਾਈਜ਼ ਨਹੀਂ ਹੋ ਜਾਂਦੇ। ਨੈਕਸਟ ਇਜ਼ ਪ੍ਰੋਫਿਟ ਆਫ ਅ ਪ੍ਰੋਡਿਊਸਰ ਆਰ ਕੈਲਕੂਲੇਟਡ ਬਾਈ। ਕਹਿੰਦਾ ਕਿਸੇ ਵੀ ਪ੍ਰੋਡਿਊਸਰ ਦਾ ਤੁਸੀਂ ਪ੍ਰੋਫਿਟ ਫਾਈਂਡ ਕਰਨਾ ਨਾ ਕਿ ਪ੍ਰੋਫਿਟ ਕਿਵੇਂ ਹੋਇਆ, ਤਾਂ ਨੈਚੁਰਲੀ ਹੈ ਕਿ ਆਪਣੀ TR ਕੀ ਹੋਣੀ ਚਾਹੀਦੀ ਹੈ, ਰੈਵਨਿਊ ਕੀ ਹੋਣੀ ਚਾਹੀਦੀ ਹੈ, ਜ਼ਿਆਦਾ ਹੋਣੀ ਚਾਹੀਦੀ ਹੈ, ਔਰ TC ਕੀ ਹੋਣੀ ਚਾਹੀਦੀ ਹੈ, ਘੱਟ ਹੋਣੀ ਚਾਹੀਦੀ ਹੈ। ਸੋ ਆਪਾਂ ਕੀ ਕਰਾਂਗੇ, TR ਮਾਈਨਸ TC। ਆ ਰਿਹਾ ਫਾਰਮੂਲਾ ਆਪਣੇ ਕੋਲ। ਪਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪ੍ਰੀਵੀਅਸ ਚੈਪਟਰ ਦੇ ਵਿੱਚ ਕਿ ਪ੍ਰੋਫਿਟ ਨੂੰ ਅਸੀਂ ਪਾਈ ਦੇ ਅਕੋਰਡਿੰਗ ਰਿਲੇਟ ਕਰਦੇ ਹਾਂ, ਠੀਕ ਹੈ।
ਪਾਈ ਇਜ਼ ਇਕੁਅਲ ਟੂ ਟੀ ਆਰ ਮਾਈਨਸ ਟੀ ਸੀ, ਮਤਲਬ ਕਿ ਰੈਵਨਿਊ ਆਮਦਨ ਜ਼ਿਆਦਾ ਹੋਵੇ, ਕੋਸਟ ਕੀ ਹੋਵੇ ਸਾਡੀ ਘੱਟ ਹੋਵੇ, ਤਾਂ ਸਾਡਾ ਪ੍ਰੋਫਿਟ ਦਾ ਫਾਰਮੂਲਾ ਨਿਕਲ ਜਾਂਦਾ ਐਜ਼ ਅ ਬਿਹੇਵੀਅਰ ਆਫ ਦਾ ਪ੍ਰੋਡਿਊਸਰ। ਅਸੀਂ ਪ੍ਰੋਡਿਊਸਰ ਦੇ ਬਿਹੇਵੀਅਰ ਤੋਂ ਅਸੀਂ ਤਾਂ ਪ੍ਰੋਫਿਟ ਫਾਈਂਡ ਕਰ ਸਕਦੇ ਹਾਂ। Next is, in the other word, producer profit will be maximum when the positive देखो कहना किसी भी प्रोड्यूसर का प्रॉफिट उदो ही मैक्सीमम होएगा जेकर इनका जो डिफरेंस है टी आर माइनस टी सी डिफरेंस जो पॉजिटिव होवे, ठीक है। और टी सी जिंदे की है टी आर एंड टी सी इज अ मैक्सीमम, ठीक है। टी सी जो टी आर वो मैक्सीमम होवे किंतु तो टी सी से at maximum profit level, ठीक है। the producer or firm will be equilibrium and there would be no incentive to change the level of the output। ਜਦੋਂ ਨੂੰ ਪ੍ਰੋਫਿਟ ਮਤਲਬ ਕਿ ਜ਼ਿਆਦਾ ਮਿਲਣ ਲੱਗ ਜਾਂਦਾ ਤਾਂ ਪ੍ਰੋਡਿਊਸਰ ਉਸ ਫਰਮ ਪ੍ਰੋਡਿਊਸਰ ਜਾਂ ਫਿਰ ਉਹ ਫਰਮ ਉਹਨੂੰ ਇਕੁਇਲਿਬਰੀਅਮ ਜਦੋਂ ਮਿਲਣ ਲੱਗ ਜਾਂਦਾ ਤਾਂ ਉਹਦੇ 'ਚ ਕੋਈ ਵੀ ਬਦਲਾਵ ਨਹੀਂ ਕਰਨਾ ਚਾਹੁੰਦਾ ਆਦੀ ਆਊਟਪੁੱਟ ਦੇ ਵਿੱਚ। ਹੁਣ ਜਿੰਨੀ ਉਹ ਪ੍ਰੋਡਕਸ਼ਨ ਕਰ ਰਿਹਾ ਉਹਦੇ ਨਾਲ ਕੀ ਹੁੰਦਾ ਸੈਟਿਸਫਾਈਡ ਹੁੰਦਾ ਹੈ, ਠੀਕ ਹੈ। ਨੈਕਸਟ ਆਪਾਂ ਇਹਨੂੰ ਇੱਕ ਟੇਬਲ ਨਾਲ ਸਮਝਾਂਗੇ, ਠੀਕ ਹੈ। ਤੁਸੀਂ ਸਿੰਪਲ ਇਹਦੇ ਵਿੱਚ ਕੀ ਕਰਨਾ ਹੈ, ਤੁਸੀਂ ਲਾਸਟ ਚੈਪਟਰ ਦੇ ਵਿੱਚ ਆਪਾਂ ਇੱਕ ਟੀ ਆਰ ਕਰਵ ਬਣਾਈ ਸੀ ਜਿਹੜੀ ਕੰਟੀਨਿਊਸਲੀ ਵੱਧ ਰਹੀ ਹੈ, ਇੱਕ ਜਗ੍ਹਾ ਜਾ ਕੇ ਕੀ ਹੋ ਜਾਂਦੀ ਹੈ ਕੌਨਸਟੈਂਟ ਹੋ ਜਾਂਦੀ ਹੈ, ਫਿਰ ਗਿਰਨ ਲੱਗ ਜਾਂਦੀ ਹੈ। ਆਪਾਂ ਲਾਸਟ ਚੈਪਟਰ ਦੇ ਵਿੱਚ ਪੜ੍ਹਿਆ ਸੀ। ਉਸ ਤੋਂ ਲਾਸਟ ਟੂ ਲਾਸਟ ਚੈਪਟਰ 'ਚ ਪੜ੍ਹਿਆ ਸੀ ਟੀ ਸੀ ਕਰਵ ਕਦੀ ਵੀ ਜ਼ੀਰੋ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ ਦੇਖੋ ਟੋਟਲ ਕੋਸਟ ਪ੍ਰੋਡਕਸ਼ਨ ਹੈ। ਤੁਸੀਂ ਜਦੋਂ ਇੱਕ ਫਰਮ ਖੋਲ੍ਹ ਲੈਂਦੇ ਹੋ, ਠੀਕ ਹੈ, ਤੁਹਾਡੀ ਭਾਵੇਂ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਫਰਮ ਖੋਲ੍ਹ ਲੈਂਦੇ ਹੋ, ਤੁਸੀਂ ਚਾਹੇ ਉੱਥੇ ਆਊਟਪੁੱਟ ਹੋਵੇ ਨਾ ਹੋਵੇ, ਕੰਮ ਹੋਵੇ ਨਾ ਹੋਵੇ, ਠੀਕ ਹੈ। ਜਿਵੇਂ ਕਿ ਕਰੋਨਾ ਕਾਲ ਚੱਲ ਰਿਹਾ, ਠੀਕ ਹੈ, ਚਾਹੇ ਕੋਈ ਵੀ ਬਿਲਡਿੰਗਸ ਬੰਦ ਨੇ ਪਰ ਬਿਲਡਿੰਗ ਦੇ ਚਾਰਜਿਸ ਪੈ ਰਹੇ ਨੇ, ਠੀਕ ਹੈ, ਬਿਜਲੀ ਚਾਰਜਿਸ ਪੈ ਰਹੇ ਨੇ, ਉੱਥੇ ਰਿਹਾਇਸ਼ ਦੇ ਚਾਰਜਿਸ ਪੈ ਰਹੇ, ਉਹਨੂੰ ਜਿਹੜਾ ਸੰਭਾਲ ਰਿਹਾ ਉਹਦੇ ਚਾਰਜਿਸ ਪੈ ਰਹੇ, ਲੇਬਰ ਪੈ ਰਹੀ ਹੈ, ਜਿਹੜਾ ਉਹਦੀ ਨਾਈਟ ਡਿਊਟੀ ਕਰ ਰਿਹਾ। ਅਤੇ ਇਸ ਲਈ ਕਹਿੰਦਾ ਫਿਕਸਡ ਚਾਰਜਿਸ ਕਦੀ ਚੇਂਜ ਨਹੀਂ ਹੁੰਦੇ, ਠੀਕ ਹੈ। ਫਿਕਸ ਚਾਰਜਿਸ ਤਾਂ ਹਮੇਸ਼ਾ ਹੀ ਲੱਗਦੇ ਹਨ। ਟੋਟਲ ਕੋਸਟ ਦੇ ਵਿੱਚ ਕਦੀ ਵੀ ਜ਼ੀਰੋ ਨਹੀਂ ਹੁੰਦਾ। ਜਦੋਂ ਤੁਸੀਂ ਇੱਕ ਫਰਮ ਖੋਲ੍ਹ ਲੈਂਦੇ ਹੋ ਨਾ, ਇੱਕ ਤੁਸੀਂ ਬਿਜ਼ਨਸ ਖੋਲ੍ਹ ਲੈਂਦੇ ਹੋ ਤਾਂ ਤੁਹਾਨੂੰ ਕੋਸਟ ਜਿਹੜੀ ਫਿਕਸਡ ਹੈ ਉਹ ਤਾਂ ਪੈਣੀ ਹੀ ਪੈਣੀ ਹੈ। ਪਲੱਸ ਜਦੋਂ ਤੁਸੀਂ ਆਊਟਪੁੱਟ ਕਰਨ ਲੱਗ ਜਾਂਦੇ ਹੋ ਫਿਰ ਹੌਲੀ ਹੌਲੀ ਕੋਸਟ ਕੀ ਹੈ ਕੰਟੀਨਿਊਸਲੀ ਵੱਧਦੀ ਜਾਂਦੀ ਹੈ। ਫਿਰ ਕੋਸਟ ਜਿਵੇਂ ਜਿਵੇਂ ਆਊਟਪੁੱਟ ਵਧੇਗੀ ਉਵੇਂ ਤੁਹਾਡੀ ਕੀ ਹੈ ਜੀ ਟੋਟਲ ਕੋਸਟ ਵੀ ਕੀ ਹੈ ਵੱਧਦੀ ਜਾਏਗੀ, ਉਹਦੇ 'ਚ ਪਲੱਸ ਹੁੰਦੀ ਜਾਏਗੀ। ਫਿਕਸਡ ਕੋਸਟ ਅਗਰ 10 ਰੁਪਏ ਹੈ ਨਾ, ਉਹ 10 ਰੁਪਏ ਉਦੋਂ ਵੀ ਪਵੇਗੀ ਜਦੋਂ ਤੁਹਾਡੀ ਆਊਟਪੁੱਟ 100 ਦੀ ਹੋ ਰਹੀ ਹੈ, ਅਤੇ 10 ਰੁਪਏ ਉਦੋਂ ਵੀ ਪਵੇਗੀ ਜਦੋਂ ਤੁਹਾਡੀ ਆਊਟਪੁੱਟ 0 ਹੋ ਰਹੀ ਹੈ, ਠੀਕ ਹੈ। ਸਮਝ ਰਹੇ ਹੋ ਮੇਰੀ ਗੱਲ ਨੂੰ? ਇਸ ਲਈ ਆਪਾਂ ਕਹਿੰਦੇ ਹੁੰਦੇ ਹਾਂ ਕਿ ਟੀ ਸੀ ਇਜ਼ ਇਕੁਅਲ ਟੂ ਟੀ ਐਫ ਸੀ ਪਲੱਸ ਟੀ ਵੀ ਸੀ, ਟੋਟਲ ਫਿਕਸਡ ਕੋਸਟ ਪਲੱਸ ਟੀ ਵੀ ਸੀ। ਮਤਲਬ ਕਿ ਅਗਰ 10 ਰੁਪਏ ਫਿਕਸਡ ਕੋਸਟ ਪੈ ਰਹੀ ਹੈ 100 ਦੀ ਤੁਸੀਂ ਆਊਟਪੁੱਟ ਕਰ ਰਹੇ ਹੋ ਤਾਂ ਇਟ ਮੀਨ 110। ਅਗਰ 10 ਰੁਪਏ ਪਲੱਸ ਤੁਸੀਂ ਕੁਛ ਵੀ ਕੰਮ ਨਹੀਂ ਕਰ ਰਹੇ ਤਾਂ 10 ਰੁਪਏ ਤਾਂ ਤੁਹਾਨੂੰ ਲੱਗਣਗੇ ਹੀ ਲੱਗਣਗੇ, ਤਾਂ ਟੋਟਲ ਕੋਸਟ ਕਦੇ ਵੀ ਜ਼ੀਰੋ ਨਹੀਂ ਹੁੰਦੀ। ਤੇ ਟੋਟਲ ਕੋਸਟ ਦਾ ਫਾਰਮੂਲਾ ਕੀ ਹੁੰਦਾ ਟੀ ਐਫ ਸੀ ਪਲੱਸ ਟੀ ਵੀ ਸੀ। ਇਸ ਟੋਟਲ ਕੋਸਟ ਸਟਾਰਟਿੰਗ ਤੋਂ ਆਪਣੇ ਕੋਲ ਇੱਕ ਪੁਆਇੰਟ 'ਤੇ ਹੁੰਦੀ ਹੈ, ਜਿਵੇਂ ਜਿਵੇਂ ਆਊਟਪੁੱਟ ਵੱਧਦੀ ਜਾ ਰਹੀ ਉਵੇਂ ਇਹ ਕੰਟੀਨਿਊਸਲੀ ਵੱਧਦੀ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਸਾਡੇ ਕੋਲ 3 ਪੁਆਇੰਟ ਬਣਦੇ ਹਨ। ਕਿਹੜਾ ਪੁਆਇੰਟ ਹੈ? ਫਸਟ ਆਫ ਆਲ ਇੱਕ ਪੁਆਇੰਟ ਆਪਣੇ ਕੋਲ ਇਹ ਵਾਲਾ ਬਣਦਾ ਜਿੱਥੇ ਕੱਟਦੀਆਂ ਪਈਆਂ ਨੇ, ਠੀਕ ਹੈ ਜੀ। ਦੂਸਰਾ ਪੁਆਇੰਟ ਇੱਥੇ ਕੱਟ ਰਹੀ ਹੈ, ਠੀਕ ਹੈ। ਇਹ 2 ਇਕੁਇਲਿਬਰੀਅਮ ਪੁਆਇੰਟ ਬਣੇ ਹਨ। ਕਿਹੜੇ ਪੁਆਇੰਟ ਬਣੇ ਆ? E0 ਔਰ E1। ਇਹਨਾਂ ਦੋਨਾਂ ਪੁਆਇੰਟਸ 'ਤੇ ਉਹਨੂੰ ਕੀ ਹੋ ਰਿਹਾ ਜੀ ਪ੍ਰੋਫਿਟ ਹੋ ਰਿਹਾ, ਪਰ ਮੈਕਸੀਮਮ ਪ੍ਰੋਫਿਟ ਕਿੱਥੇ ਹੋ ਰਿਹਾ E1 'ਤੇ। ਕੀ ਹੋ ਰਿਹਾ? ਮੈਕਸੀਮਮ ਪ੍ਰੋਫਿਟ ਕਿੱਥੇ ਹੋ ਰਿਹਾ E1 'ਤੇ। ਪਰ ਆਪਣੇ ਕੋਲ ਇੱਕ ਹੋਰ ਪੁਆਇੰਟ ਹੈ ਜਿਹੜੇ ਇਹਦੇ ਤੋਂ ਵੀ ਜ਼ਿਆਦਾ ਮੈਕਸੀਮਮ ਪ੍ਰੋਫਿਟ ਹੋ ਰਿਹਾ, ਉਹ ਹੋ ਰਿਹਾ R ਅਤੇ C ਦੇ, ਠੀਕ ਹੈ। ਹੁਣ ਤੁਸੀਂ ਦੇਖੋ ਇੱਥੇ ਆਪਣੇ ਕੋਲ ਜਿਹੜੀ ਹੈ TR, ਠੀਕ ਹੈ। TR ਕੀ ਹੈ ਆਪਣੀ ਇਹਦੇ ਨਾਲੋਂ ਘੱਟ ਹੈ। TR ਕੀ ਹੈ ਇੱਥੇ ਕੀ ਆਪਣੀ ਘੱਟ ਹੈ ਕਿਹਦੇ ਨਾਲ TC ਨਾਲ, ਠੀਕ ਹੈ। ਇੱਥੇ ਪੁਆਇੰਟ 'ਤੇ ਦੇਖੋ TC ਕੀ ਹੈ ਜ਼ਿਆਦਾ ਹੈ TR ਨਾਲ, ਸਮਝ ਰਹੇ ਹੋ, ਠੀਕ ਹੈ। TR ਘੱਟ ਹੈ ਨੀਚੇ ਜਾ ਰਹੀ ਹੈ, ਠੀਕ ਹੈ। ਦੇਖੋ ਅਗਰ ਪ੍ਰੋਫਿਟ ਦੀ ਗੱਲ ਕਰਦੇ ਹਾਂ, ਸਿਰਫ ਪ੍ਰੋਫਿਟ ਦੀ ਗੱਲ ਕਰ ਰਹੇ ਹਾਂ, ਪ੍ਰੋਫਿਟ ਅਗਰ TR ਘੱਟ ਹੈ, ਮੈਂ ਤੁਹਾਨੂੰ ਅੱਗੇ ਦੱਸਿਆ ਸੀ ਨਾ ਪ੍ਰੋਫਿਟ ਕੀ ਹੋਣੇ ਚਾਹੀਦੇ ਪੋਜ਼ਿਟਿਵ ਹੋਣੇ ਚਾਹੀਦੇ, ਤਾਂ ਉਹ ਕਦੋਂ ਹੋਣਗੇ ਜਦੋਂ TR ਜ਼ਿਆਦਾ ਹੋਏਗੀ। ਪਰ ਇੱਥੇ TR ਕੀ ਹੈ ਘੱਟ ਹੈ, ਇਟ ਮੀਨ ਪ੍ਰੋਫਿਟ ਕੀ ਹੋ ਰਿਹਾ ਨੈਗੇਟਿਵ 'ਚ, ਲੋਸਿਸ 'ਚ ਜਾ ਰਿਹਾ। ਤਾਂ ਪ੍ਰੋਫਿਟ ਇੰਨੇ ਪੁਆਇੰਟ ਦੇ ਉੱਪਰ ਜਿਹੜੀ ਆਹ ਵਾਲਾ ਏਰੀਆ ਹੈ ਉਹ ਤੁਹਾਡਾ ਕਿੱਥੇ ਜਾਏਗਾ ਜੀ ਨੈਗੇਟਿਵ ਦੇ ਵਿੱਚ, ਕਲੀਅਰ। ਔਰ ਇੰਨੀ ਜਗ੍ਹਾ ਦੇ ਵਿੱਚ ਦੇਖੋ TC ਉੱਪਰ ਹੈ ਔਰ TR ਥੱਲੇ ਹੈ, ਸੌਰੀ TR ਉੱਪਰ ਹੈ ਔਰ TC ਥੱਲੇ ਹੈ। TR ਉੱਪਰ ਹੈ, ਠੀਕ ਹੈ, TR ਉੱਪਰ ਹੈ ਮਤਲਬ ਕਿ ਵੱਡੀ ਹੈ, TC ਛੋਟੀ ਹੈ ਘੱਟ ਹੈ ਨੀਚੇ ਹੈ। ਦੇਖੋ ਨੀਚੇ ਹੈ ਨਾ TC ਦੀ ਲਾਈਨ ਕਰਵ, ਠੀਕ ਹੈ, ਉੱਪਰ ਕੀ ਹੈ TR ਦੀ ਕਰਵ ਹੈ। ਇਟ ਮੀਨ ਇਸ ਜਗ੍ਹਾ ਦੇ ਵਿੱਚ ਕੀ ਹੋ ਰਿਹਾ ਉਹਨੂੰ ਮੈਕਸੀਮਮ ਪ੍ਰੋਫਿਟ Z ਪੁਆਇੰਟ, ਠੀਕ ਹੈ। ਇੰਨੀ ਜਗ੍ਹਾ 'ਤੇ ਸਾਨੂੰ ਕੀ ਹੋ ਰਿਹਾ ਜਿਹੜਾ ਆਹ ਵਾਲਾ ਏਰੀਆ ਨਾ ਅਸੀਂ ਇਹਨੂੰ ਕਰਵ ਬਣਾਈਏ ਜੀ, ਦਿਸ ਪੁਆਇੰਟ ਇਜ਼ ਅ ਮੈਕਸੀਮਮ ਪ੍ਰੋਫਿਟ, ਠੀਕ ਹੈ। ਔਰ ਉਸ ਤੋਂ ਬਾਅਦ ਇੱਥੇ ਪੁਆਇੰਟ 'ਤੇ ਆਏ ਨੇ ਆ,
फिर अपनी TC ਵਧਣ ਲੱਗ ਗਈ और TR फिर की है ਘਟਣ ਲੱਗ ਗਈ, फिर ਕਰਨ ਲੱਗ ਗਈ, फिर TC ਵਧਣ ਲੱਗ ਗਈ, ਘਟਣ ਲੱਗ ਗਈ, फिर ਘਟਣ ਲੱਗ ਗਈ, फिर ਨੈਗੇਟਿਵ 'ਚ ਚਲੇ ਜਾਂਦੇ ਆ। ਠੀਕ ਹੈ, ਆਪਾਂ ਨੂੰ ਕਿਸ ਏਰੀਏ 'ਚ ਇੱਥੋਂ ਲੈ ਕੇ ਇੱਥੋਂ ਤੱਕ ਕੀ ਮਿਲ ਰਿਹਾ ਹੈ, ਮੈਕਸੀਮਮ ਪ੍ਰੋਫਿਟ ਮਿਲ ਰਿਹਾ ਸਿਰਫ ਔਰ ਸਿਰਫ ਇੰਨੇ ਏਰੀਏ 'ਚ। ਮਤਲਬ ਕਿ ਆਪਾਂ ਨੂੰ ਜਿਹੜੀ ਆਊਟਪੁੱਟ ਕਰਨੀ, ਪ੍ਰੋਡਿਊਸਰ ਨੇ ਆਊਟਪੁੱਟ ਕਰਨੀ E0 ਤੋਂ ਲੈ ਕੇ E1 ਤੱਕ ਹੀ ਕਰੇਗਾ, ਇਸ ਤੋਂ ਉੱਪਰ ਨਹੀਂ ਜਾਏਗਾ ਔਰ ਇਸ ਤੋਂ ਥੱਲੇ ਨਹੀਂ ਜਾਏਗਾ, ਇਸ ਤੋਂ ਇਨਕਰੀਜ਼ ਨਹੀਂ ਜਾਏਗਾ ਔਰ ਇਸ ਤੋਂ ਡਿਕਰੀਜ਼ ਨਹੀਂ ਜਾਏਗਾ। ਠੀਕ ਹੈ, ਇਹ ਆਪਣੀ ਕਿਹੜੀ ਲਾਈਨ ਸੀ, ਆਊਟਪੁੱਟ ਦੀ, ਔਰ ਇਹ ਕਿਹੜੀ ਹੈ, ਕੋਸਟ ਐਂਡ ਰੈਵਨਿਊ ਦੀ। ਔਰ ਨੀਚੇ ਵਾਲਾ ਆਪਾਂ ਪ੍ਰੋਫਿਟ ਦਾ ਬਣਾਉਣਾ, ਇਹਦੀ ਬੇਸਿਸ 'ਤੇ ਬਣਾਉਣਾ ਹੈ ਕਿ ਅਸੀਂ ਇੱਥੇ ਵੇਖਣਾ ਕਿ ਕਿੱਥੇ ਸਾਨੂੰ ਨੈਗੇਟਿਵ ਹੋ ਰਹੇ, ਨੈਗੇਟਿਵ ਇੱਕ ਹੀ ਪੁਆਇੰਟ 'ਤੇ ਹੋ ਰਹੇ, ਇੱਕ ਹੀ ਪੁਆਇੰਟ 'ਤੇ ਹੋ ਰਹੇ, ਕਿਉਂਕਿ ਇੱਥੇ TR ਦੋਨਾਂ ਪੁਆਇੰਟਾਂ 'ਤੇ ਕੀ ਹੈ, ਘੱਟ ਹੈ। ਇਸ ਲਈ ਅਸੀਂ ਆਹ ਵਾਲੀ ਕਰਵ ਜਿਹੜੀਆਂ ਹੈ ਦੋਨੋਂ ਕੀ ਹੈ, ਨੈਗੇਟਿਵ ਲੈ ਕੇ ਜਾਵਾਂਗੇ ਔਰ ਇਸ ਪੁਆਇੰਟ 'ਤੇ ਸਾਨੂੰ ਮੈਕਸੀਮਮ ਪ੍ਰੋਫਿਟ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਸਮਝਾਇਆ ਉਸੇ ਬੇਸਿਸ 'ਤੇ ਤੁਸੀਂ ਇੱਥੇ ਲਾਈਨਾਂ ਲਿਖਣੀਆਂ ਹੈ, ਬਣਾਉਣੀਆਂ ਹਨ। ਠੀਕ ਹੈ, ਔਰ ਇਸੇ ਤਰ੍ਹਾਂ ਤੁਹਾਡਾ ਕੀ ਹੈ, ਟੌਪਿਕ ਇਹ ਵਾਲਾ ਕੀ ਹੋ ਜਾਏਗਾ, ਕੰਪਲੀਟ ਹੋ ਜਾਏਗਾ। ਠੀਕ ਹੈ, ਇਸ ਦੇ ਨਾਲ ਹੀ ਆਪਾਂ ਇਹ ਚੈਪਟਰ ਨੂੰ ਓਵਰ ਕਰਦੇ ਹਾਂ, ਕਿਉਂਕਿ ਕਲਾਸ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਟੌਪਿਕ ਕਰਵਾਇਆ ਹੋਇਆ ਔਰ ਇਸੇ ਟੌਪਿਕ ਨੂੰ ਤੁਸੀਂ ਅੱਛੀ ਤਰ੍ਹਾਂ ਰਿਵਾਈਜ਼ ਕਰਨਾ ਫॉर ਦਾ ਫਾਈਨਲ ਐਗਜ਼ਾਮ। ਅੱਜ ਦੇ ਲਈ ਇੰਨਾ ਹੀ। ਅਗਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਲੱਗਦੀ ਹੈ, ਡਾਇਗਰਾਮ ਸਮਝ ਨਹੀਂ ਆਉਂਦੀ, ਤੁਸੀਂ ਐਨੀ ਟਾਈਮ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਵਿੱਚ ਵੀ ਦੱਸ ਸਕਦੇ ਹੋ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।